नमस्ते बच्चों, स्वागत है ਤੁਹਾਡਾ ਅੱਜ ਮਾਤਨੋਮੀ ਵਿੱਚ। मैं सुनीता रानी आज ਤੁਹਾਨੂੰ ਕਰਵਾਉਣ ਜਾ ਰਹੀ ਹਾਂ ਬਾਬਾ ਬਲਵੰਤ ਦੁਆਰਾ ਲਿਖੀ ਹੋਈ ਕਵਿਤਾ ਕੋਸ਼ਿਸ਼ ਜਹਾਂ ਅਤੇ ਦੇਸ਼। ਇਹ ਕਵਿਤਾ ਤੁਹਾਡੀ ਪੁਸਤਕ ਸਾਹਿਤ ਮਾਲਾ ਦੇ ਵਿੱਚੋਂ ਲੱਤੀ ਗਈ ਹੈ। लेकिन इस तो पहला आप कर लें हाँ बाबा बलवंत सिंह जी बारे एक छोटी जी जान पहचान। बाबा बलवंत का जन्म अगस्त 1915 ईस्वी ਨੂੰ पिता श्री ठाकुर दीनानाथ ਤੇ माता ज्ञान देवी ਦੇ ਘਰ ਪਿੰਡ ਨੇਸ਼ਟਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। आप ਦੀ ਕਵਿਤਾ समाजवादी विचारधारा ਤੋਂ ਪ੍ਰਭਾਵਿਤ ਹੈ। आप ने अपनी कविता ਵਿੱਚ ਨਿੱਜੀ ਪਿਆਰ ਦੀ ਥਾਂ ਲੋਕ ਪੀੜ ਨੂੰ ਪ੍ਰਧਾਨਤਾ ਦਿੱਤੀ। आप ਦੀ कविता समाजवाद का सुनेहा ਦਿੰਦੀ है ਤੇ आप जी की कविता विच उर्दू का काफ़ी प्रभाव है। आपने पंजाबी कविता नूं महानाच, ज्वालामुखी, अमरगीत, बंदरगाह ते सुगंध समीर काव्य संग्रह दिती। किस किस तरह के नाच लिख के आपने पंजाबी वार्तक विच चंगा हिस्सा पाया। आप का देहांत 24 जून 1972 में होया। तो चलो बच्चे करते हैं आप बाबा बलवंत द्वारा लिखी हुई कविता कोशिश जहाँ, जिस विच कि उन्होंने ਜਿਹੜੀ ਮਨੁੱਖੀ ਜ਼ਿੰਦਗੀ ਹੈ ਉਸਨੂੰ ਹੋਰ ਹੁਸੀਨ ਬਣਾਉਣ ਲਈ ਆਪਣੇ ਯਤਨਸ਼ੀਲ ਰਹਿਣ ਦਾ ਭਾਵ ਅੰਕਿਤ ਕੀਤਾ ਹੈ। ਲਕਸ਼ ਦੇ ਵੱਲ ਜਾਣ ਦੀ ਕੋਸ਼ਿਸ਼ ਜਹਾਂ, ਅਸਲਿਆਂ ਨੂੰ ਪਾਉਣ ਦੀ ਕੋਸ਼ਿਸ਼ ਜਹਾਂ। ਕਵੀ ਕਹਿੰਦਾ ਹੈ ਕਿ ਮੈਂ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹਾਂ। ਮੈਂ ਜ਼ਿੰਦਗੀ ਦੀਆਂ ਹਕੀਕਤਾਂ ਪ੍ਰਾਪਤ ਕਰਨ ਦੇ ਯਤਨ ਵਿੱਚ ਹਾਂ। ਹਰ ਪੁਰਾਣੇ ਵਹਿਮ ਤੋਂ ਹੋਵੇਗਾ ਸਾਫ਼। ਮੈਂ ਨਵੇਂ ਇਨਸਾਨ ਦੀ ਕੋਸ਼ਿਸ਼ 'ਚ ਹਾਂ। ਮੈਂ ਆਪਣੇ ਯਤਨਾਂ ਨਾਲ ਅਜਿਹੇ ਇਨਸਾਨ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਵਿੱਚ ਹਾਂ ਜੋ ਕਿ ਹੁਣ ਪੁਰਾਣੇ ਵਹਿਮ ਤੋਂ ਮੁਕਤ ਹੋਵੇਗਾ। ਜ਼ਿੰਦਗੀ ਦੇ ਪਹਿਲੂਆਂ 'ਤੇ ਰੋਸ਼ਨੀ ਰੁਖ ਨਵੇਂ 'ਤੇ ਪਾਉਣ ਦੀ ਕੋਸ਼ਿਸ਼ 'ਚ ਹਾਂ। ਮੈਂ ਇਸ ਯਤਨ ਵਿੱਚ ਹਾਂ ਕਿ ਜ਼ਿੰਦਗੀ ਦੇ ਹਰ ਪੱਖ ਉੱਤੇ ਨਵੇਂ ਦ੍ਰਿਸ਼ਟੀਕੋਣ ਦੇ ਰੋਸ਼ਨੀ ਜਿਹੜੀ ਹੈ ਉਹ ਪਾਈ ਜਾਵੇ, ਜਿਸ ਚਾਹੇ ਮਨੁੱਖਤਾ ਦਾ ਅਸਰ। ਐਸੇ ਇੱਕ ਦੀਵਾਨ ਦੀ ਕੋਸ਼ਿਸ਼ 'ਚ ਹਾਂ। ਇੱਥੇ ਦੀਵਾਨ ਤੋਂ ਭਾਵ ਹੈ ਦਰਬਾਰ ਜਾਂ ਕਚਹਿਰੀ। ਕਵੀ ਕਹਿੰਦਾ ਹੈ ਕਿ ਮੈਂ ਇੱਕ ਅਜਿਹੇ ਦਰਬਾਰ ਨੂੰ ਲਾਉਣਾ ਚਾਹੁੰਦਾ ਹਾਂ ਜਿਸ ਵਿੱਚ ਮਨੁੱਖਤਾ ਦੀ ਭਲਾਈ ਅਤੇ ਉਸਦੀ ਉਸਾਰੀ ਲਈ ਇਨਸਾਫ ਦੀਆਂ ਗੱਲਾਂ ਹੋਣ। ਇਸ ਲਈ ਖਾਂਦਾ ਹਾਂ ਦਰ ਦਰ ਠੋਕਰਾਂ, ਜ਼ਿੰਦਗੀ ਨੂੰ ਪਾਉਣ ਦੀ ਕੋਸ਼ਿਸ਼ 'ਚ ਹਾਂ। ਮੈਂ ਇਸੇ ਲਈ ਦਰ ਦਰ 'ਤੇ ਠੋਕਰਾਂ ਖਾ ਰਿਹਾ ਹਾਂ ਕਿਉਂਕਿ ਮੈਂ ਇੱਕ ਅਰਥ ਭਰਪੂਰ ਜ਼ਿੰਦਗੀ ਨੂੰ ਪਾਉਣ ਦੇ ਯਤਨ ਵਿੱਚ ਲੱਗਾ ਹੋਇਆ ਹਾਂ। ਜਾਣੇ ਕਿ ਨਫ਼ਰਤ ਕਿ ਮੈਂ ਕਿਸ ਦੇ ਲਈ ਹੋਰ ਵੀ ਨੁਕਸਾਨ ਦੀ ਕੋਸ਼ਿਸ਼ 'ਚ ਹਾਂ। ਮੈਨੂੰ ਨਫ਼ਰਤ ਕਰਨ ਵਾਲਿਆਂ ਨੂੰ ਇਸ ਗੱਲ ਦਾ ਕੀ ਪਤਾ ਕਿ ਮੈਂ ਇਸ ਗੱਲ ਦੀ ਖਾਤਰ ਕਿ ਕਿਸ ਗੱਲ ਦੀ ਖਾਤਰ ਆਪਣਾ ਹੋਰ ਨੁਕਸਾਨ ਕਰਵਾਉਣ ਦੇ ਯਤਨ ਕਰ ਰਿਹਾ ਹਾਂ। जिस तो रहे जीवन की कुटिया आबाद, ऐसे एक मेहमान की कोशिश 'ਚ ਹਾਂ। ਅੱਗੇ ਕਵੀ ਸਾਹਿਬ ਕਹਿੰਦੇ ਹਨ ਕਿ ਮੈਂ ਇੱਕ ਅਜਿਹੇ ਮਹਿਮਾਨ ਨੂੰ ਲੱਭ ਰਿਹਾ ਹਾਂ ਜਿਸ ਦੀ ਪ੍ਰਾਪਤੀ ਨਾਲ ਜੀਵਨ ਦੀ ਕੁਟੀਆ ਸਦਾ ਆਬਾਦ ਰਹੇ। ਹਰ ਸਮੇਂ ਦੇ ਨਾਲ ਵੱਧਦੀ ਜ਼ਿੰਦਗੀ ਆਖੇ ਨਵ ਸਮਾਨ ਦੀ ਕੋਸ਼ਿਸ਼ 'ਚ ਹਾਂ। ਮੈਂ ਦੇਖਦਾ ਹਾਂ ਕਿ ਸਮੇਂ ਦੀ ਹਰ ਇਕਾਈ ਬੀਤਣ ਦੇ ਨਾਲ ਵੱਧ ਰਹੀ ਜ਼ਿੰਦਗੀ ਇਹ ਕਹਿ ਰਹੀ ਹੈ ਕਿ ਉਹ ਆਪਣੇ ਸੁੱਖ ਲਈ ਨਵੇਂ ਸਮਾਨ ਦੀ ਖੋਜ ਕਰਨ ਵਿੱਚ ਜੁਟੀ ਹੋਈ ਹੈ। ਹੁਨਰ ਤੇ ਸਿਹਤ ਦੇ ਪੁਤਲੇ ਆਦਮੀ ਤੇਰੇ ਸੋਲੇ ਗਾਣ ਦੀ ਕੋਸ਼ਿਸ਼ 'ਚ ਹਾਂ। ਹੇ ਹਿੰਮਤ ਤੇ ਹੁਨਰ ਵਿੱਚ ਟਲੇ ਹੋਏ ਇਨਸਾਨ, ਮੇਰੇ ਮਨ ਵਿੱਚ ਤੇਰੀ ਬੜੀ ਕਦਰ ਹੈ। ਮੈਂ ਹਰ ਸਮੇਂ ਤੇਰੀ ਪ੍ਰਸ਼ੰਸਾ ਕਰਨ ਦੇ ਯਤਨ ਵਿੱਚ ਹਾਂ। ਤਾਂ ਇਹ ਸੀ ਬਾਬਾ ਬਲਵੰਤ ਜੀ ਦੁਆਰਾ ਲਿਖੀ ਹੋਈ ਕਵਿਤਾ ਕੋਸ਼ਿਸ਼ 'ਚ ਹਾਂ। ਤਾਂ ਇਸ ਦਾ ਅੰਤਰੀ ਭਾਵ ਹੋਵੇਗਾ, ਕਵੀ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਯਤਨਸ਼ੀਲ ਹੈ। ਉਹ ਵਹਿਮਾਂ ਭਰਮਾਂ ਤੋਂ ਮੁਕਤ ਇਨਸਾਨ ਦੀ ਸਿਰਜਣਾ ਕਰਨੀ ਚਾਹੁੰਦਾ ਹੈ। ਉਹ ਜ਼ਿੰਦਗੀ ਦੇ ਹਰ ਪੱਖ ਤੋਂ ਨਵੀਂ ਰੋਸ਼ਨੀ ਪਾਉਣਾ ਚਾਹੁੰਦਾ ਹੈ। ਉਹ ਦੇਖਦਾ ਹੈ ਕਿ ਜ਼ਿੰਦਗੀ ਹਰ ਸਮੇਂ ਸੁੱਖ ਦੇ ਨਵੇਂ ਸਮਾਨ ਖੋਜਣ ਦੇ ਆਰ ਵਿੱਚ ਲੱਗੀ ਹੋਈ ਹੈ ਤੇ ਉਸਦੇ ਮਨ ਵਿੱਚ ਹਿੰਮਤ ਤੇ ਹੁਨਰ ਵਿੱਚ ਢਲੇ ਇਨਸਾਨ ਦੀ ਬੜੀ ਕਦਰ ਹੈ। इस कविता की दोहराई लिए बच्चों कर लेने छोटे प्रश्न। कोशिश 'ਚ ਹਾਂ, एक कविता किसके द्वारा लिखी हुई है। कोशिश 'ਚ ਹਾਂ एक कविता बाबा बलवंत जी द्वारा लिखी हुई है। कवि किहो ਜਿਹੇ ਗੱਲਾਂ ਤੋਂ ਮੁਕਤ ਨਵੇਂ ਇਨਸਾਨ ਨੂੰ ਸਿਰਜਣ ਦੀ ਕੋਸ਼ਿਸ਼ ਵਿੱਚ ਹੈ। ਕਵੀ ਪੁਰਾਣੇ ਵਹਿਮਾਂ ਤੋਂ ਮੁਕਤ ਨਵੇਂ ਇਨਸਾਨ ਨੂੰ ਸਿਰਜਣ ਦੀ ਕੋਸ਼ਿਸ਼ ਵਿੱਚ ਹੈ। ਕਵੀ ਜ਼ਿੰਦਗੀਆਂ ਦੇ ਪਹਿਲੂਆਂ ਉੱਤੇ ਕਿਸ ਤਰ੍ਹਾਂ ਰੋਸ਼ਨੀ ਪਾਉਂਦਾ ਹੈ।
ਨਵੇਂ ਰੂਪ ਤੋਂ, ਯਾਨੀ ਕਿ ਨਵੇਂ ਜਿਹੜਾ ਹੈ ਨਜ਼ਰੀਏ ਤੋਂ। ਕਵੀ ਦੇ ਦਰਬਾਰ ਵਿੱਚ ਕਿਸ ਦੀ ਭਲਾਈ ਤੇ ਉਸਾਰੇ ਦੀਆਂ ਗੱਲਾਂ ਹੋਣ। ਕਵੀ ਦੇ ਦਰਬਾਰ ਵਿੱਚ ਮਨੁੱਖ ਦੀ ਭਲਾਈ ਤੇ ਉਸਾਰੇ ਦੀਆਂ ਗੱਲਾਂ ਹੋਣ। ਜ਼ਿੰਦਗੀ ਆਪਣੇ ਸੁੱਖ ਲਈ ਕਿਸ ਦੀ ਖੋਜ ਵਿੱਚ ਜੁਟੀ ਹੈ। ਜ਼ਿੰਦਗੀ ਆਪਣੇ ਸੁੱਖ ਲਈ ਨਵ ਸਮਾਨ ਦੀ ਖੋਜ ਵਿੱਚ ਜੁਟੀ ਹੈ। ਕਵੀ ਕਿਹੋ ਜਿਹੇ ਆਦਮੀ ਦੇ ਸੋਲੇ ਗਾਉਣ ਦੀ ਕੋਸ਼ਿਸ਼ ਵਿੱਚ ਹੈ। ਕਵੀ ਇੱਕ ਅਜਿਹੇ ਆਦਮੀ ਦੀ ਸੋਲੇ ਗਾਉਣ ਦੀ ਕੋਸ਼ਿਸ਼ ਵਿੱਚ ਹੈ ਜੋ ਹੁਨਰ ਤੇ ਮਿਹਨਤ ਦਾ ਪੁਤਲਾ ਹੈ। ਤਾਂ ਇਹ ਸੀ ਬੱਚਿਓ ਕਵਿਤਾ ਦੇ ਵਿੱਚ ਆਏ ਕੁਝ ਮੁੱਖ ਪ੍ਰਸ਼ਨ। ਤੇ ਹੁਣ ਆਪਾਂ ਵਧਦੇ ਹਾਂ ਅਗਲੀ ਕਵਿਤਾ, ਜਿਸ ਦਾ ਟਾਈਟਲ ਹੈ, ਜਿਸ ਦਾ ਸ਼ੀਰਸ਼ਕ ਹੈ ਦੇਸ। ਉਹ ਹੈ ਦੇਸ ਮਹਾਨ ਜੋ ਆਪਣੇ ਵੇਲੇ ਸਿਰ ਵੇਚੇ ਵਾਹੇ ਖੇਤ, ਸੁਨ ਮਸਾਨ ਉਜਾੜਾ ਫਿਰ ਬਣਾਏ ਖੇਤ। ਕਵੀ ਲਿਖਦਾ ਹੈ ਕਿ ਉਹ ਦੇਸ਼ ਹੀ ਮਹਾਨ ਹੈ ਜਿਹੜਾ ਆਪਣੇ ਦੇਸ਼ ਦੇ ਖੇਤਾਂ ਦਾ ਆਪ ਮਾਲਕ ਹੈ ਤੇ ਉਹਨਾਂ ਦੇ ਵੇਲੇ ਸਿਰ ਵਾਹੁੰਦਾ ਹੈ ਅਤੇ ਬੀਜਦਾ ਹੈ। ਉਹ ਸੁੰਨ ਮਸਾਨ ਉਜਾੜਾ ਨੂੰ ਖੇਤ ਬਣਾ ਕੇ ਵਾਹੀ ਹੇਠ ਲੈ ਆਵੇ। ਮਿੱਠੇ ਅਤੇ ਮਿੱਠੇ ਗੀਤਾਂ ਦੀ ਛਾਂ ਹੇਠਾਂ ਹਲਦੀ ਨੋਕ ਤੋਂ ਬਦਲੇ ਕਲਰਾਂ ਦੀ ਤਸਵੀਰ। ਉਸ ਦੇਸ਼ ਦੇ ਲੋਕ ਮਿੱਠੇ ਮਿੱਠੇ ਗੀਤ ਗਾ ਕੇ ਹਲ ਦੀ ਨੋਕ ਨਾਲ ਕਲਰੀ ਧਰਤੀ ਨੂੰ ਵਾਹ ਕੇ, ਕਲਰੀ ਮੀਨਸ ਬੰਜਰ ਧਰਤੀ ਨੂੰ ਵਾਹ ਕੇ ਉਹਨਾਂ ਨੂੰ ਪੈਦਾਵਾਰ ਦੇਣ ਵਾਲੀ ਜ਼ਮੀਨ ਵਿੱਚ ਬਦਲ ਕੇ ਉਹਨਾਂ ਦੀ ਕਿਸਮਤ ਜਿਹੜੀ ਹੈ ਉਸ ਨੂੰ ਬਦਲ ਕੇ ਰੱਖ ਦਿੰਦਾ ਹੈ। ਮਿਹਨਤ ਤੋਂ ਆਪਣੀ ਬਦਲੇ ਆਪਣੀ ਤਕਦੀਰ। ਹੋਵੇ ਮਿਹਨਤ ਦਾ ਪੁਤਲਾ ਹਰ ਜੀਵ ਕਿਸਾਨ, ਉਹ ਹੈ ਦੇਸ਼ ਮਹਾਨ। ਉਸ ਦੇਸ਼ ਦੇ ਲੋਕ ਆਪਣੀ ਮਿਹਨਤ ਨਾਲ ਆਪਣੀ ਤਕਦੀਰ ਬਦਲ ਸਕਦੇ ਹੋਣ, ਅਰਥਾਤ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਪੈਂਦਾ ਹੋਵੇ। ਉੱਥੋਂ ਦਾ ਹਰ ਇਨਸਾਨ ਮਿਹਨਤ ਦਾ ਪੁਤਲਾ ਹੋਵੇ। ਅਜਿਹੇ ਦੇਸ਼ ਨੂੰ ਹੀ ਮਹਾਨ ਦੇਸ਼ ਕਿਹਾ ਜਾਂਦਾ ਹੈ। ਦਿਲ ਵਿੱਚ ਹਰ ਦਾਣੇ ਦਾ ਹੋਵੇ ਪਿਆਰ ਅਪਾਰ, ਤਾਰੇ ਡੁੱਬਣ ਤੋਂ ਪਹਿਲਾਂ ਜਲ ਧਾਰ। ਕਵੀ ਕਹਿੰਦਾ ਹੈ ਕਿ ਉਹ ਦੇਸ਼ ਹੀ ਮਹਾਨ ਹੈ ਜਿਸ ਦੇ ਲੋਕਾਂ ਦਾ ਆਪਣੇ ਦੇਸ਼ ਦੇ ਦਾਣੇ ਦਾਣੇ ਨਾਲ ਅਥਾਹ ਪਿਆਰ ਹੋਵੇ। ਜਿਸ ਦੇਸ਼ ਦੇ ਵਿੱਚ ਤਾਰੇ ਡੁੱਬਣ ਤੋਂ ਪਹਿਲਾਂ ਸੁਵਖਤੇ ਉੱਠ ਕੇ ਕੰਮ ਵਿੱਚ ਜੁਟ ਜਾਣ ਵਾਲੇ ਮਿਹਨਤੀ ਕਿਸਾਨ ਦੁਆਰਾ ਹਰੇ ਖੇਤਾਂ ਵਿੱਚ ਭਰੀ ਪਾਣੀ ਦੀ ਧਾਰਾ ਸ਼ੀਸ਼ੇ ਵਾਂਗ ਫਿਰਦੀ ਹੋਵੇ। ਹਰਿਆਂ ਖੇਤਾਂ ਦੇ ਵਿੱਚ ਦਰਪਣ ਰੂਪ ਫਿਰੇ, ਖੁਸ਼ ਹੋਵਨ ਫਸਲਾਂ ਦੀ ਆਪਣੀ ਹੀ ਸੂਰਤ ਤੇ ਹੀਰੇ ਰੰਗ ਹੋਵਨ ਘਰ ਅੰਦਰੋਂ ਬਾਹਰੋਂ ਸਾਫ, ਇੱਕ ਦੂਜੇ ਦੀ ਗਲਤੀ ਨੂੰ ਕਰ ਦੇਵਨ ਮਾਫ। ਜੇ ਖੇਤ ਦੇ ਰਾਖੇ ਐਸੇ ਹੋਣ ਜਵਾਨ, ਤਾਂ ਹੈ ਦੇਸ਼ ਮਹਾਨ। ਤੇ ਫਿਰ ਉਹ ਕਹਿੰਦੇ ਹੈ ਕਿ ਉਹ ਆਪਣੇ ਉਸ ਵਿੱਚੋਂ ਆਪਣੀ ਹੀ ਸੂਰਤ ਵੇਖ ਕੇ ਫਸਲਾਂ ਨੂੰ ਖੁਸ਼ ਹੁੰਦਿਆਂ ਵੇਖਦਾ ਹੈ, ਜਦ ਕਿ ਉਹ ਸੁਬਾਹ ਖੇਤਾਂ ਦੇ ਵਿੱਚ ਪਾਣੀ ਦੇ ਕੇ ਆਉਂਦਾ ਹੈ। ਲੋਕਾਂ ਦੇ ਘਰ ਅੰਦਰੋਂ ਤੇ ਬਾਹਰੋਂ ਹੀਰਿਆਂ ਵਰਗੇ ਸਾਫ਼ ਦਿਖਾਈ ਦਿੰਦੇ ਹੋਣ, ਉਹ ਇੱਕ ਦੂਜੇ ਦੀ ਗਲਤੀ ਮਾਫ ਕਰ ਦੇਣ ਵਾਲੇ ਹੋਣ ਅਤੇ ਜਿੱਥੋਂ ਦੇ ਰਾਖੇ ਇਹੋ ਜਿਹੇ ਮਹਾਨ ਮਨੁੱਖ ਹੋਣ, ਅਜਿਹਾ ਦੇਸ਼ ਸੱਚਮੁੱਚ ਹੀ ਮਹਾਨ ਹੈ। ਕੱਚੇ ਖੇਤ ਨਾ ਹੋਵਨ ਜਿਸ ਦੇ ਰੋਸ ਨਿਲਾਮ, ਸੂਦ ਦੀਆਂ ਲੀਕਾਂ ਤੇ ਜੋਨਾ ਹੋ ਗੁਲਾਮ। ਜਿਸ ਨੂੰ ਹਰ ਰਹੇ ਹੋਸ਼ ਰਹੇ, ਕੱਲ ਪੈ ਸਕਦਾ ਏ ਕਾਲ। ਜਿਸ ਦੀ ਅਣਖ ਤੁਰੇਗੀ ਆਪਣਾ ਆਪ ਸੰਭਾਲ, ਉਹ ਹੈ ਦੇਸ਼ ਮਹਾਨ, ਉਹ ਹੈ ਸਵਰਗ ਸਮਾਨ। ਅਤੇ ਇੱਥੇ ਕਵੀ ਕਹਿੰਦੇ ਹਨ ਕਿ ਉਹ ਦੇਸ਼ ਹੀ ਮਹਾਨ ਹੈ ਜਿਸ ਦੇਸ਼ ਵਿੱਚ ਖੇਤਾਂ ਨੂੰ ਵਾਹੁਣ, ਬੀਜਣ ਤੇ ਗੋਡਣ ਵਾਲਿਆਂ ਦੇ ਕੱਚੇ ਖੇਤ ਕਰਜ਼ੇ ਦੀ ਉਗਰਾਹੀ ਲਈ ਸ਼ਾਹੂਕਾਰ ਨਿਲਾਮ ਕਰਕੇ ਨਾ ਲੈ ਜਾਂਦਾ ਹੋਵੇ ਅਤੇ ਜਿੱਥੇ ਦੇ ਲੋਕ ਸੂਦ ਦੀ ਲਿਖਤ ਦੇ ਗੁਲਾਮ ਨਾ ਹੋਣ। ਜਿਸ ਦੇਸ਼ ਦੇ ਲੋਕਾਂ ਨੂੰ ਇਹ ਪਤਾ ਰਹੇ ਕਿ ਕੱਲ੍ਹ ਨੂੰ ਕਾਲ ਪੈਣ ਨਾਲ ਖਾਣ ਪੀਣ ਦੀ ਤੰਗੀ ਪੈਦਾ ਹੋ ਸਕਦੀ ਹੈ, ਤੇ ਜਿਸ ਦੇਸ਼ ਦੀ ਅਣਖ ਹਰ ਸਮੇਂ ਆਪਣਾ ਆਪ ਸੰਭਾਲ ਕੇ ਰੱਖਦੀ ਹੈ, ਅਰਥਾਤ ਜਿਸ ਦੇਸ਼ ਦੇ ਲੋਕ ਆਪਣੇ ਅਣਖ ਦੇ ਰਖਵਾਲੇ ਦੀ ਹਰ ਸਮੇਂ ਤੜਪ ਰੱਖਦੇ ਹਨ, ਅਜਿਹਾ ਦੇਸ਼ ਹੀ ਮਹਾਨ ਹੈ ਅਤੇ ਉਹ ਸਵਰਗ ਦੇ ਸਮਾਨ ਹੈ। ਹਮਸਾਈ ਦੇਸ਼ਾਂ ਤੇ ਜਿਸ ਥਾਂ ਤੇ ਬਲਵਾਨ, ਨਸਲ ਦੀਆਂ ਗਾਰਾਂ 'ਚ ਛਿਨਕਣ ਨਾ ਅਪਮਾਨ। ਆਪਣੇ ਹੱਕਾਂ ਨੂੰ ਜੋ ਖੋਣ ਨਾ ਦੇਵਨ ਵੀਰ, ਹਮਸਾਇਆਂ ਨੂੰ ਉੜਦੇ ਦੇਖਣਾ ਮਾਰਨ ਤੀਰ। ਤੇ ਫਿਰ ਕਵੀ ਕਹਿੰਦਾ ਹੈ ਕਿ ਉਹ ਦੇਸ਼ ਹੀ ਮਹਾਨ ਹੈ ਜਿਸ ਦੇ ਬਲਵਾਨ ਲੋਕ ਨਸਲੀ ਵਿਤਕਰੇ ਦੇ ਸ਼ਿਕਾਰ ਹੋ ਕੇ ਦੂਜੀ ਨਸਲ ਦੇ
ਬੰਦਿਆਂ ਉੱਪਰ ਅਪਮਾਨ ਦਾ ਚਿੱਕੜ ਨਾ ਸੁੱਟਣ, ਜਿਹੜੇ ਕਿਸੇ ਨੂੰ ਆਪਣੇ ਹੱਕ ਖੋਣ ਨਾ ਦੇਵੇ। ਸਹਿਣਾ ਜ਼ੁਲਮ ਵੀ ਹੋਵੇ ਜਿਸ ਦੀ ਸਮਝ ਚ ਪਾਪ, ਕੋਈ ਦੂਸਰਿਆਂ ਤੇ ਜ਼ੁਲਮ ਕਰੇ ਤਾਂ ਆਪ। ਅਤੇ ਗੁਆਂਢੀਆਂ ਦੀ ਤਰੱਕੀ ਕਰਦੇ ਦੇਖ ਕੇ ਉਹਨਾਂ ਨੂੰ ਈਰਖਾ ਤੇ ਵੈਰ ਦੇ ਤੀਰ ਨਾ ਮਾਰਨ, ਜਿਨ੍ਹਾਂ ਲਈ ਜ਼ੁਲਮ ਸਹਿਣਾ ਵੀ ਪਾਪ ਹੋਵੇ ਅਤੇ ਜਿੱਥੋਂ ਦੇ ਵਾਸੀ ਆਪ ਵੀ ਦੂਜਿਆਂ ਉੱਪਰ ਜ਼ੁਲਮ ਨਾ ਕਰਨ। ਉਹੀ ਦੇਸ਼ ਜਿਹੜਾ ਹੈ ਉਹ ਮਹਾਨ ਹੁੰਦਾ ਹੈ। ਹਰ ਦਿਲ ਵਿੱਚ ਹੋਵੇ ਮਾਨਵ ਸ਼ਕਤੀ ਦਾ ਰੂਪ, ਇੱਕ ਬੱਚੇ ਵਿੱਚ ਨਜ਼ਰ ਨਾ ਆਏ ਕੋਝ ਕਰੂਪ। ਫਿਰ ਅੱਗੋਂ ਕਵੀ ਕਹਿੰਦੇ ਹਨ ਕਿ ਉਹ ਦੇਸ਼ ਹੀ ਮਹਾਨ ਹੈ ਜਿਸ ਵਿੱਚ ਵਸਦੇ ਹੋਏ ਬੰਦੇ ਦੇ ਦਿਲ ਵਿੱਚ ਇਨਸਾਨੀ ਸ਼ਕਤੀ ਦਾ ਨਿਵਾਸ ਹੋਵੇ ਤੇ ਕਿਸੇ ਇੱਕ ਬੱਚੇ ਵਿੱਚ ਵੀ ਕੋਝ ਜਾਂ ਕਰੂਪਤਾ ਨਜ਼ਰ ਨਾ ਆਵੇ। ਹਰ ਇੱਕ ਵਾਸੀ ਆਏ ਹੱਸਦਾ ਨਜ਼ਰ ਆਰੋਪ, ਉਸ ਧਰਤੀ ਦਾ ਇਹ ਹਰ ਜ਼ਰਰਾ ਪੂਰਨ ਜੋ ਪੁੱਜਣ ਜੋ, ਜਿਸ ਥਾਂ ਦੇਸ਼ ਵਿਰੋਧੀ ਇੱਕ ਨਏ ਇਨਸਾਨ, ਧਰਤੀ ਮਾਤਾ ਨੂੰ ਜੋ ਪੁੱਜਣ ਰੱਬ ਸਮਾਨ, ਉਹ ਹੈ ਦੇਸ਼ ਮਹਾਨ। ਹਰ ਇੱਕ ਦੇਸ਼ ਵਾਸੀ ਜਿਹੜਾ ਹੈ, ਠੀਕ ਹੈ, ਹਰ ਇੱਕ ਵਾਸੀ ਹੱਸਦਾ ਹੈ ਅਤੇ ਅਰੋਗ ਨਜ਼ਰੀ ਆਵੇ। ਉਸ ਧਰਤੀ ਦਾ ਇੱਕ ਕਿਨਕਾ ਪੁੱਜਣ ਯੋਗ ਹੁੰਦਾ ਹੈ ਜਿਸ ਧਰਤੀ ਉੱਤੇ ਇੱਕ ਵੀ ਦੇਸ਼ ਵਿਰੋਧੀ ਇਨਸਾਨ ਨਾ ਵਸਦਾ ਹੋਵੇ ਅਤੇ ਜਿੱਥੋਂ ਦੇ ਲੋਕ ਆਪਣੀ ਧਰਤੀ ਮਾਤਾ ਨੂੰ ਰੱਬ ਦੇ ਬਰਾਬਰ ਸਮਝ ਕੇ ਪੂਜਦੇ ਹੋਣ। ਅਜਿਹੇ ਦੇਸ਼ ਨੂੰ ਹੀ ਮਹਾਨ ਆਖਿਆ ਜਾਂਦਾ ਹੈ। ਤਾਂ ਇਹ ਸੀ ਬਹੁਤ ਹੀ ਖੂਬਸੂਰਤ ਕਵਿਤਾ ਜੋ ਕਿ ਬਾਬਾ ਬਲਵੰਤ ਜੀ ਨੇ ਲਿਖੀ ਹੈ, ਜਿਸ ਦਾ ਟਾਈਟਲ ਸੀ ਦੇਸ਼। ਤਾਂ ਬੱਚਿਓ, ਆਪਾਂ ਕਰਦੇ ਹਾਂ ਹੁਣ ਇਸ ਕਵਿਤਾ ਦਾ ਅੰਤਰੀ ਭਾਵ। ਉਹ ਦੇਸ਼ ਹੀ ਮਹਾਨ ਹੁੰਦਾ ਹੈ ਜਿਸ ਦੇ ਲੋਕ ਖੇਤਾਂ ਵਿੱਚ ਦੱਬ ਕੇ ਮਿਹਨਤ ਕਰਦੇ ਹਨ ਅਤੇ ਅੰਨ ਪੈਦਾ ਕਰਦੇ ਹਨ, ਜਿੱਥੋਂ ਦੇ ਲੋਕ ਸੂਦਖੋਰਾਂ ਦੇ ਗੁਲਾਮ ਨਹੀਂ ਤੇ ਅਣਖ ਦਾ ਜੀਵਨ ਜਿਉਂਦੇ ਹਨ, ਜਿੱਥੋਂ ਦੇ ਲੋਕ ਨਸਲੀ ਵਿਤਕਰੇ ਤੋਂ ਉੱਚੇ, ਈਰਖਾ ਰਹੇ, ਇਨਸਾਨੀ ਪਿਆਰ ਨਾਲ ਭਰਪੂਰ, ਦੇਸ਼ ਭਗਤ ਤੇ ਗੁਆਂਢੀ ਦੇਸ਼ਾਂ ਪਰ ਨਾ ਜ਼ੁਲਮ ਕਰਨ ਵਾਲੇ ਹੁੰਦੇ ਹਨ। ਤੇ ਆਓ ਬੱਚਿਓ ਹੁਣ ਕਰ ਲੈਂਦੇ ਹਾਂ ਆਪਾਂ ਇਸ ਕਵਿਤਾ ਦੇ ਵਿੱਚ ਆਏ ਮੁੱਖ ਪ੍ਰਸ਼ਨ। ਬਾਬਾ ਬਲਵੰਤ ਦੇ ਕਿਸੇ ਕਵਿਤਾ ਦਾ ਨਾਂ ਲਿਖੋ। ਦੇਸ਼। ਕਵੀ ਅਨੁਸਾਰ ਮਹਾਨ ਦੇਸ਼ ਦਾ ਮਨੁੱਖ ਕਿਹੋ ਜਿਹਾ ਹੁੰਦਾ ਹੈ? ਕਵੀ ਅਨੁਸਾਰ ਮਹਾਨ ਦੇਸ਼ ਦਾ ਮਨੁੱਖ ਮਿਹਨਤ ਦਾ ਪੁਤਲਾ ਹੁੰਦਾ ਹੈ। ਦੇਸ਼ ਦੇ ਲੋਕ ਕਿਸ ਤਰ੍ਹਾਂ ਆਪਣੀ ਤਕਦੀਰ ਬਦਲ ਸਕਦੇ ਹਨ? ਦੇਸ਼ ਦੇ ਲੋਕ ਮਿਹਨਤ ਦੇ ਨਾਲ ਆਪਣੀ ਤਕਦੀਰ ਬਦਲ ਸਕਦੇ ਹਨ। ਮਿਹਨਤੀ ਲੋਕਾਂ ਦੇ ਹਰੇ ਖੇਤਾਂ ਵਿੱਚ ਪਾਣੀ ਦੀ ਧਾਰਾ ਕਿਸ ਤਰ੍ਹਾਂ ਫਿਰਦੀ ਹੈ? ਮਿਹਨਤੀ ਲੋਕਾਂ ਦੇ ਹਰੇ ਖੇਤਾਂ ਵਿੱਚ ਪਾਣੀ ਦੀ ਧਾਰਾ ਦਰਪਣ ਵਾਂਗ ਭਾਵ ਸ਼ੀਸ਼ੇ ਵਾਂਗ ਫਿਰਦੀ ਹੈ। ਜਿਸ ਦੇਸ਼ ਦੇ ਲੋਕ ਨਾ ਜ਼ੁਲਮ ਕਰਨ ਤੇ ਨਾ ਹੀ ਸਹਿਣ, ਉਹ ਦੇਸ਼ ਕਿਹੋ ਜਿਹਾ ਹੁੰਦਾ ਹੈ? ਜਿਸ ਦੇਸ਼ ਦੇ ਲੋਕ ਨਾ ਤਾਂ ਜ਼ੁਲਮ ਕਰਨ ਤੇ ਨਾ ਹੀ ਜ਼ੁਲਮ ਸਹਿਣ, ਉਹ ਦੇਸ਼ ਬੜਾ ਮਹਾਨ ਹੁੰਦਾ ਹੈ। ਮਹਾਨ ਦੇਸ਼ ਦੇ ਲੋਕ ਧਰਤੀ ਮਾਤਾ ਨੂੰ ਕਿਸ ਤਰ੍ਹਾਂ ਪੂਜਦੇ ਹਨ? ਮਹਾਨ ਦੇਸ਼ ਦੇ ਲੋਕ ਧਰਤੀ ਮਾਤਾ ਨੂੰ ਰੱਬ ਸਮਾਨ ਪੂਜਦੇ ਹਨ। ਦੇਸ਼ ਪਿਆਰ ਕਵਿਤਾ ਵਿੱਚ ਕਿਸ ਕਵੀ ਨੇ ਕਿਹੋ ਜਿਹੇ ਭਾਵ ਅੰਕਿਤ ਕੀਤੇ ਹੈ? ਦੇਸ਼ ਕਵਿਤਾ ਵਿੱਚ ਜਿਹੜਾ ਕਵੀ ਬਾਬਾ ਬਲਵੰਤ ਸਿੰਘ ਹੈ, ਉਹਨਾਂ ਨੇ ਮਾਨਵਵਾਦੀ ਭਾਵ ਪੇਸ਼ ਕੀਤੇ ਹਨ। ਤਾਂ ਇਹ ਸੀ ਬੱਚਿਓ ਬਾਬਾ ਬਲਵੰਤ ਸਿੰਘ ਜੀ ਦੁਆਰਾ ਲਿਖੀ ਹੋਈ ਕਵਿਤਾ ਕੋਸ਼ਿਸ਼ ਜਹਾਂ ਅਤੇ ਦੇਸ਼। ਉਮੀਦ ਕਰਦੀ ਹਾਂ ਕਿ ਤੁਸੀਂ ਇਹ ਵੀਡੀਓ ਅੰਤ ਤੱਕ ਵੇਖੀ ਹੋਏਗੀ ਅਤੇ ਤੁਹਾਨੂੰ ਸਮਝ ਵੀ ਆ ਗਈ ਹੋਏਗੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ, ਰੱਬ ਰਾਖਾ।